आज़ादी का अमृत महोत्सव ਨੂੰ ਸਮਰਪਿਤ ਆਜ਼ਾਦੀ का सफर तहत ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਫਾਰਵਰਡ ਬਲਾਕ ਦੇ ਗਠਨ, ਆਜ਼ਾਦੀ ਘੁਲਾਟੀਏ ਜਵਾਲਾ ਪ੍ਰਸਾਦ, ਕ੍ਰਾਂਤੀਕਾਰੀ ਸੁਸ਼ੀਲ ਚੰद्रा कुमार सेन गुप्ता, आज़ादी संग्रामी जगदीश चंद्र राय, इंडियन नैशनल आर्मी के मैंबर केसरी चंद शर्मा ते शहीद भगत हेंबा राम बारे जानकारी दे रहे हैं। 3 ਮਈ 1939 ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਫਾਰਵਰਡ ਬਲਾਕ ਦੇ ਗਠਨ ਦਾ ਐਲਾਨ ਕੀਤਾ। 1939 ਵਿੱਚ ਨੇਤਾ ਜੀ ਦੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਤੋਂ ਬਾਅਦ ਇਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਅੰਦਰ ਇੱਕ ਧੜੇ ਦੇ ਰੂਪ ਵਿੱਚ ਉੱਭਰਿਆ। ਇਸ ਦਾ ਸੰਵਿਧਾਨ ਅਤੇ ਪ੍ਰੋਗਰਾਮ 22 ਜੂਨ 1939 ਨੂੰ ਬੰਬਈ, ਹੁਣ ਮੁੰਬਈ ਵਿੱਚ ਇਸ ਦੇ ਪਹਿਲੇ ਆਲ ਇੰਡੀਆ ਸੈਸ਼ਨ ਵਿੱਚ ਅਪਣਾਇਆ ਗਿਆ ਸੀ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸੁਭਾਸ਼ ਚੰਦਰ ਨੇ ਆਉਣ ਵਾਲੇ ਸਮੇਂ ਵਿੱਚ ਪੂਰਨ ਸਵਰਾਜ ਜਿੱਤਣ ਲਈ ਠੋਸ ਕਾਰਜ ਯੋਜਨਾ ਦਿੱਤੀ। 17 ਜਨਵਰੀ 1941 ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਸੁਰੱਖਿਆ ਕਾਰਨਾਂ ਦੇ ਚਲਦਿਆਂ ਅਚਾਨਕ ਗਾਇਬ ਹੋਣ ਤੋਂ ਬਾਅਦ ਫਾਰਵਰਡ ਬਲਾਕ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਤਿੱਖੇ ਤਸ਼ੱਦਦ ਅਤੇ ਅਪਮਾਨ ਦਾ ਸਾਹਮਣਾ ਕਰਨਾ ਪਿਆ। ਵੱਡੀ ਗਿਣਤੀ ਵਿੱਚ ਉਹਨਾਂ ਚੋਂ ਕਈਆਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ। ਫਾਰਵਰਡ ਬਲਾਕ ਨੂੰ ਜੂਨ 1942 ਵਿੱਚ ਪਾਬੰਦੀਸ਼ੁਦਾ ਐਲਾਨ ਦਿੱਤਾ ਗਿਆ ਸੀ। ਫਾਰਵਰਡ ਬਲਾਕ, ਭਾਵੇਂ ਇਸ ਨੂੰ ਗੈਰ ਕਾਨੂੰਨੀ ਐਲਾਨਿਆ ਗਿਆ ਸੀ, ਨੇ 1942 ਵਿੱਚ ਭਾਰਤ ਛੱਡੋ ਅੰਦੋਲਨ ਦਾ ਸਮਰਥਨ ਕੀਤਾ। ਰਾਸ਼ਟਰੀ ਪੱਧਰ ਤੇ ਪਾਰਟੀ ਦੇ ਨੇਤਾਵਾਂ, ਜਿਨ੍ਹਾਂ ਵਿੱਚ ਸਰਦੂਲ ਸਿੰਘ, ਸ਼ੀਲ ਪਦਰ ਯਾਜੀ, HV ਕਾਮਥ, RS ਰੁਈਕਰ, KN ਜੋਗਲੇਕਰ, ਮੁਕੁੰਦ ਲਾਲ ਸਰਕਾਰ, U ਮਥੁਰਾਲਿੰਗਮ ਥੇਵਰ ਮੁੱਖ ਤੌਰ ਤੇ ਸਰਗਰਮ ਰਹੇ। ਆਜ਼ਾਦੀ ਤੋਂ ਬਾਅਦ ਪਾਰਟੀ ਨੇ ਪੱਛਮੀ ਬੰਗਾਲ ਵਿੱਚ ਇੱਕ ਮੁੱਖ ਦਫ਼ਤਰ ਦੇ ਨਾਲ ਇੱਕ ਸੁਤੰਤਰ ਰਾਜਨੀਤਿਕ ਪਾਰਟੀ ਦੇ ਰੂਪ ਵਿੱਚ ਆਪਣੇ ਆਪ ਨੂੰ ਮੁੜ ਸਥਾਪਿਤ ਕੀਤਾ। ਅਸੀਂ ਆਜ਼ਾਦੀ ਘੁਲਾਟੀਏ ਜਵਾਲਾ ਪ੍ਰਸਾਦ ਨੂੰ ਯਾਦ ਕਰ ਰਹੇ ਹਾਂ, ਜਿਨ੍ਹਾਂ ਨੂੰ 3 ਮਈ 1860 ਨੂੰ ਅੰਗਰੇਜ਼ਾਂ ਵੱਲੋਂ ਫਾਂਸੀ ਦਿੱਤੀ ਗਈ ਸੀ। ਉਹ ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਰਹਿਣ ਵਾਲੇ ਸਨ ਅਤੇ ਭਾਰਤੀ ਆਜ਼ਾਦੀ ਦੀ ਪਹਿਲੀ ਜੰਗ ਵਿੱਚ ਉਹਨਾਂ ਵੱਧ ਚੜ੍ਹ ਕੇ ਹਿੱਸਾ ਲਿਆ ਸੀ। ਉਹਨਾਂ ਕਾਨਪੁਰ ਵਿਖੇ ਫੌਜ ਦੀ ਅਗਵਾਈ ਕੀਤੀ ਅਤੇ ਬਰਤਾਨਵੀ ਫੌਜਾਂ ਵਿਰੁੱਧ ਕਈ ਲੜਾਈਆਂ ਲੜੀਆਂ। ਉਹ ਨਾਨਾ ਸਾਹਿਬ ਦੇ ਚੀਫ ਲੈਫਟੀਨੈਂਟ ਬਣ ਗਏ ਸਨ ਅਤੇ ਜਦੋਂ ਅੰਗਰੇਜ਼ ਕਾਨਪੁਰ ਛੱਡ ਰਹੇ ਸਨ ਤਾਂ ਤਾਤੀਆ ਟੋਪੇ, ਅਜ਼ੀਮੁੱਲਾ ਖਾਨ, ਬਾਲਾ ਸਾਹਿਬ ਅਤੇ ਟਿੱਕਾ ਸਿੰਘ ਨਾਲ ਸਤੀ ਚੌਰਾ ਘਾਟ ਤੇ ਵੀ ਮੌਜੂਦ ਸਨ। ਉਹਨਾਂ ਨੂੰ ਅੰਗਰੇਜ਼ਾਂ ਨੇ ਗ੍ਰਿਫਤਾਰ ਕਰ ਲਿਆ ਅਤੇ ਮੌਤ ਦੀ ਸਜ਼ਾ ਸੁਣਾਈ। ਉਹਨਾਂ ਨੂੰ 3 ਮਈ 1860 ਨੂੰ ਕਾਨਪੁਰ ਦੇ ਸਤੀ ਚੌਰਾ ਘਾਟ ਤੇ ਫਾਂਸੀ ਦੇ ਤਖਤੇ ਤੇ ਸ਼ਹੀਦ ਕਰ ਦਿੱਤਾ ਗਿਆ। ਅਸੀਂ ਇਸ ਮਹਾਨ ਸ਼ਹੀਦ ਨੂੰ ਸਲਾਮ ਕਰਦੇ ਹਾਂ। ਅਸੀਂ ਕ੍ਰਾਂਤੀਕਾਰੀ ਆਜ਼ਾਦੀ ਘੁਲਾਟੀਏ ਸੁਸ਼ੀਲ ਚੰद्रा ਕੁਮਾਰ ਸੇਨ ਗੁਪਤਾ ਨੂੰ ਵੀ ਯਾਦ ਕਰਦੇ ਹਾਂ, ਜਿਹੜੇ 3 ਮਈ 1915 ਨੂੰ ਸ਼ਹੀਦ ਹੋ ਗਏ ਸਨ। ਉਹਨਾਂ ਦਾ ਜਨਮ ਦਸੰਬਰ 1892 ਵਿੱਚ ਅਸਾਮ ਵਿੱਚ ਹੋਇਆ ਸੀ ਅਤੇ ਬਾਅਦ ਵਿੱਚ ਕੋਲਕਾਤਾ, ਪੱਛਮੀ ਬੰਗਾਲ ਚਲੇ ਗਏ ਸਨ। ਅਲੀਪੁਰ ਬੰਬ ਮਾਮਲੇ ਵਿੱਚ ਅਰਬਿੰਦੋ ਘੋਸ਼ ਦੇ ਮੁਕੱਦਮੇ ਦੀ ਸੁਣਵਾਈ ਦੌਰਾਨ ਜਦੋਂ ਇੱਕ ਸਾਰਜੈਂਟ ਗੁੱਸੇ ਵਿੱਚ ਆਏ ਵਿਅਕਤੀਆਂ ਦੇ ਇੱਕ ਗਰੁੱਪ ਤੇ ਲਾਠੀਚਾਰਜ ਕਰ ਰਿਹਾ ਸੀ, ਉਸ ਦੌਰਾਨ ਸੁਸ਼ੀਲ ਨੇ ਉਸ ਦਾ ਵਿਰੋਧ ਕੀਤਾ ਅਤੇ ਸਾਰਜੈਂਟ ਨੂੰ ਇੱਕ ਡੰਡਾ ਮਾਰਿਆ। ਕ੍ਰਾਂਤੀਕਾਰੀਆਂ ਦੇ ਮਾਨਿਕਤਾਲਾ ਸਮੂਹ ਦਾ ਮੈਂਬਰ ਹੋਣ ਕਾਰਨ ਉਹਨਾਂ ਨੂੰ ਅਲੀਪੁਰ ਬੰਬ ਕੇਸ ਵਿੱਚ ਫਸਾਉਣ ਦਾ ਯਤਨ ਕੀਤਾ ਗਿਆ, ਪਰ ਉਹ ਬਚਣ ਵਿੱਚ ਕਾਮਯਾਬ ਹੋ ਗਏ। ਆਪਣੀ ਰਿਹਾਈ ਤੋਂ ਬਾਅਦ ਸੁਸ਼ੀਲ ਚੰद्रा ਨੇ ਕੋਲਕਾਤਾ ਵਿੱਚ ਬਾਲੀਘਾਟ ਛਾਪੇਮਾਰੀ ਵਿੱਚ ਹਿੱਸਾ ਲਿਆ ਅਤੇ ਫਰਵਰੀ 1915 ਵਿੱਚ ਮੁਖਬਰ ਨੀਰੋ ਦੇਹਲਦਾਰਨ ਦੀ ਹੱਤਿਆ ਦੇ ਮਾਮਲੇ ਵਿੱਚ ਆਪਣਾ ਸਹਿਯੋਗ ਦਿੱਤਾ। 3 ਮਈ 1915 ਨੂੰ ਉਹਨਾਂ ਨੇ ਨਾਦੀਆ ਵਿੱਚ ਖਲੀਲਪੁਰ ਛਾਪੇਮਾਰੀ ਵਿੱਚ ਹਿੱਸਾ ਲਿਆ, ਜਿੱਥੇ 2 ਸਬ ਇੰਸਪੈਕਟਰਾਂ ਅਤੇ ਕੁਝ ਕਾਂਸਟੇਬਲਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹੋਈ ਝੜਪ ਵਿੱਚ ਪੁਲਿਸ ਨੇ ਸੁਸ਼ੀਲ ਚੰद्रा ਨੂੰ ਗੋਲੀ ਮਾਰ ਦਿੱਤੀ। ਅਸੀਂ ਮਹਾਨ ਸ਼ਹੀਦ ਨੂੰ ਪ੍ਰਣਾਮ ਕਰਦੇ ਹਾਂ। ਅਸੀਂ ਕ੍ਰਾਂਤੀਕਾਰੀ ਆਜ਼ਾਦੀ ਘੁਲਾਟੀਏ ਜਗਦੀਸ਼ ਚੰਦਰ ਰਾਏ ਨੂੰ ਵੀ ਯਾਦ ਕਰ ਰਹੇ ਹਾਂ, ਜਿਹੜੇ 3 ਮਈ 1931 ਨੂੰ ਸ਼ਹੀਦ ਹੋ ਗਏ ਸਨ। ਉੱਤਰ ਪੱਛਮੀ ਸਰਹੱਦੀ ਸੂਬੇ ਡੇਰਾ ਇਸਮਾਇਲ ਖਾਨ ਦੇ ਵਸਨੀਕ ਜਗਦੀਸ਼ ਚੰਦਰ ਦਿੱਲੀ ਆ ਗਏ ਅਤੇ ਕ੍ਰਾਂਤੀਕਾਰੀ ਅੰਦੋਲਨ ਵਿੱਚ ਸ਼ਾਮਲ ਹੋ ਗਏ। ਉਹ 3 ਮਈ 1931 ਨੂੰ ਸ਼ਾਲੀਮਾਰ ਬਾਗ, ਲਾਹੌਰ ਨੇੜੇ ਇੱਕ ਬੱਸ ਵਿੱਚ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਮਾਰੇ ਗਏ। ਅਸੀਂ ਮਹਾਨ ਸ਼ਹੀਦ ਨੂੰ ਸਲਾਮ ਕਰਦੇ ਹਾਂ।
ਅਸੀਂ ਇੰਡੀਅਨ ਨੈਸ਼ਨਲ ਆਰਮੀ ਦੇ ਮੈਂਬਰ ਕੇਸਰੀ ਚੰਦ ਸ਼ਰਮਾ ਨੂੰ ਵੀ ਯਾਦ ਕਰ ਰਹੇ ਹਾਂ, ਜਿਨ੍ਹਾਂ ਨੂੰ 3 ਮਈ 1945 ਨੂੰ ਅੰਗਰੇਜ਼ਾਂ ਵੱਲੋਂ ਫਾਂਸੀ ਦੇ ਦਿੱਤੀ ਗਈ ਸੀ। ਦਿੱਲੀ ਦੇ ਵਸਨੀਕ ਕੇਸਰੀ ਚੰਦ ਨੂੰ ਬਰਮਾ ਮੋਰਚੇ ਤੇ ਇੰਫਾਲ ਨੇੜੇ ਲੜਾਈ ਦੌਰਾਨ ਬਰਤਾਨਵੀ ਫੌਜਾਂ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਉਹਨਾਂ ਖਿਲਾਫ ਦਸੰਬਰ 1944 ਵਿੱਚ ਬਾਦਸ਼ਾਹ ਸਮਰਾਟ ਵਿਰੁੱਧ ਜੰਗ ਛੇੜਨ ਦੇ ਦੋਸ਼ ਤਹਿਤ ਮੁਕੱਦਮਾ ਚਲਾਇਆ ਗਿਆ ਅਤੇ ਕੋਰਟ ਮਾਰਸ਼ਲ ਮਗਰੋਂ ਮੌਤ ਦੀ ਸਜ਼ਾ ਸੁਣਾਈ ਗਈ। ਉਹਨਾਂ ਨੂੰ 3 ਮਈ 1945 ਨੂੰ ਦਿੱਲੀ ਦੀ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ। ਅਸੀਂ ਧਰਤੀ ਦੇ ਇਸ ਮਹਾਨ ਸੁਪੁੱਤਰ ਨੂੰ ਸਲਾਮ ਕਰਦੇ ਹਾਂ। ਅਸੀਂ ਸ਼ਹੀਦ ਭਗਤ ਹੇਮਬਾ ਰਾਮ ਨੂੰ ਵੀ ਯਾਦ ਕਰ ਰਹੇ ਹਾਂ, ਜਿਨ੍ਹਾਂ ਨੇ ਭਾਰਤ ਛੱਡੋ ਅੰਦੋਲਨ ਅਤੇ ਲਾਠੀ ਪਹਾੜ ਅੰਦੋਲਨ ਵਿੱਚ ਹਿੱਸਾ ਲਿਆ ਸੀ। ਸੰਥਾਲ ਪਰਗਨਾ ਝਾਰਖੰਡ ਵਿਖੇ ਜਨਮੇ ਭਗਤ ਨੂੰ 9 ਮਈ 1943 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 3 ਸਾਲ ਲਈ ਜੇਲ੍ਹ ਭੇਜ ਦਿੱਤਾ ਗਿਆ। ਉਹ 3 ਮਈ 1944 ਨੂੰ ਰਾਜ ਮਹਿਲ ਜੇਲ੍ਹ ਵਿੱਚ ਅਕਾਲ ਚਲਾਣਾ ਕਰ ਗਏ। ਅਸੀਂ ਮਿੱਟੀ ਦੇ ਇਸ ਮਹਾਨ ਸੁਪੁੱਤਰ ਨੂੰ ਸਲਾਮ ਕਰਦੇ ਹਾਂ।